ਅਸੀਂ ਤਾਂ ਸੋਚ ਕੇ ਆਏ ਆ, ਅਸੀਂ ਤਾਂ ਸੋਚ ਕੇ ਧਾਰ ਕੇ ਆਏ ਆ। ਤੁਹਾਨੂੰ ਇਸ ਤਰੀਕੇ ਨਾਲ ਹੋਣਾ ਪਊਗਾ ਜਿਵੇਂ ਪਾਕਿਸਤਾਨ ਨਾਲ ਜੰਗ ਲੱਗਦੀ ਹੈ, ਫਿਰ ਤਾਂ ਮਾੜਾ ਮੋਟਾ ਅੰਦੋਲਨ ਨੂੰ ਹਿਲਾ ਸਕਦੇ ਹੋ, ਤੇ ਨਹੀਂ ਸਵਾਲ ਹੀ ਨਹੀਂ ਪੈਦਾ। ਮੈਂ ਤੋਮਰ ਸਾਹਿਬ ਨੇ ਪੁੱਛਦਾ, ਜਿੱਦੇ ਅਸੀਂ ਕਿਹਾ ਸੀ ਵੀ ਜਿਹੜੇ ਤਿੰਨੇ ਕਾਨੂੰਨ ਨੇ ਇਹ ਦੇਸ਼ ਵਿਰੋਧੀ ਨੇ, ਇਹ ਕਿਸਾਨ ਵਿਰੋਧੀ ਨੇ, ਇੱਕ ਪਾਸਾ ਹੋ ਜਾਂਦਾ, ਪਰ ਉਹ ਗੱਲ ਤਾਂ ਆਖਰੀ ਤੇ ਕਹੀ। ਉੱਡੀ ਤੇਰਾ ਕਹਿਣ ਦਾ ਹੱਕ ਬਣਦਾ ਸੀ ਵੀ ਸਾਡਾ ਕਾਨੂੰਨ ਠੀਕ ਹੈ, ਤੁਸੀਂ ਆਪਦਾ ਅੰਦੋਲਨ ਕਰੋ, ਸਰਕਾਰ ਆਪ ਬਚਾ ਲੂਗੀ। ਪਤਾ ਲੱਗ ਜਾਂਦਾ ਜਿਹਨੂੰ ਕੀ ਬਣਨਾ ਸੀਗਾ ਦੇਸ਼ ਦੇ ਵਿੱਚ, ਕੀ ਬਣਨਾ ਸੀ ਧਰਨਿਆਂ ਦੇ ਵਿੱਚ ਪਤਾ ਲੱਗ ਜਾਂਦਾ, ਤੈਨੂੰ ਵੀ ਪਤਾ ਲੱਗ ਜਾਂਦਾ, ਤੇਰੀ ਮੋਦੀ ਸਰਕਾਰ ਨੂੰ ਵੀ ਪਤਾ ਲੱਗ ਜਾਂਦਾ। ਉੱਦਾਂ ਨਹੀਂ ਕਹੀ 26 ਤਰੀਕ ਨੂੰ ਪਰੇਡ ਕਰਨੀ ਸੀ, ਪਰੇਡ ਤੋਂ ਪਹਿਲਾਂ ਜਿਹੜੀ ਮੀਟਿੰਗ ਹੋਈ ਹੈ ਤੋਮਰ ਸਾਹਿਬ ਤਾਂ ਇਹ ਗੱਲ ਕਹੀ ਸੀ ਵੀ ਹੁਣ ਤੁਸੀਂ 26 ਜਨਵਰੀ ਮਨਾ ਲਓ ਤੇ ਅਸੀਂ ਮਨਾ ਲਾਂਗੇ। ਪਰ ਮੈਂ ਤੈਨੂੰ ਜੇ ਅਸਲੀ ਤੂੰ ਹੁਣ ਕੀ ਕਹਾਂ, ਜੇ ਅਸਲੀ ਬੰਦਾ ਹੈ ਤਾਂ ਉੱਦਾਂ ਹੀ ਕਹਿਣਾ ਸੀਗਾ ਵੀ ਤੁਸੀਂ ਆਪਦੀ ਲੜਾਈ ਲੜ ਲਓ, ਅਸੀਂ ਆਪਦੀ ਲੜਾਂਗੇ। ਤੂੰ ਸਾਨੂੰ ਘੰਟਿਆਂ ਮੁਤਾਬਕ ਦੱਸਿਆ ਵੀ ਇੰਨੇ ਘੰਟੇ ਮੀਟਿੰਗਾਂ ਤੇ ਖਰਚ ਹੋ ਗਏ, ਤੇਰੇ ਕੀਮਤੀ ਘੰਟੇ ਤੇ ਸਾਡੇ ਕੀਮਤੀ ਸੈਕੰਡ ਲੀਡਰਾਂ ਦੇ ਲੜਨ ਵਾਲਿਆਂ ਦੇ, ਤੂੰ ਉੱਦਾਂ ਸਾਨੂੰ ਕਹਿ ਦਿੰਦਾ ਤੁਸੀਂ ਆਪਦਾ ਲੜੋ, ਅਸੀਂ ਆਪਦਾ ਲੜਾਂਗੇ, ਜਿਹੜਾ ਤਾਂ ਅਖੀਰ ਤੇ ਕਿਹਾ। ਤੁਸੀਂ ਉੱਦਾਂ ਕਿਹਾ ਤਾਂ ਜਿੱਦੇ ਤੇਰੇ ਦਿਮਾਗ 'ਚ, ਤੇਰੀ ਸਰਕਾਰ ਦੇ ਦਿਮਾਗ 'ਚ ਵੀ 26 ਤਰੀਕ ਤੋਂ ਬਾਅਦ ਅੰਦੋਲਨ ਨੂੰ ਫੇਲ ਕਰ ਦਾਂਗੇ। ਬਸ ਮੈਨੂੰ ਖਤਮ ਹੋ ਗਿਆ ਅੰਦੋਲਨ, ਤੁਹਾਡੀ ਮੋਦੀ ਦੀ ਸਰਕਾਰ ਦੀ ਹਿੱਕ ਦੇ ਉੱਤੇ ਬੈਠੇ ਆ, ਮਤਲਬ ਸਮੇਤ ਜੋੜੇ ਬੈਠੇ ਆ, ਜੋੜੇ ਨਹੀਂ ਲਾਏ ਕਿਸਾਨਾਂ ਨੇ, ਹਿੱਕ ਦੇ ਉੱਤੇ ਬੈਠੇ ਆ, ਅੰਦੋਲਨ ਹੱਲ ਗਿਆ, ਹਲਾ ਸਕਦੀ ਆ ਤੁਹਾਡੀ ਸਰਕਾਰ। ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਹੈ। ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੇ ਬਿਆਨ ਤੇ ਰੁਲਦੂ ਸਿੰਘ ਮਾਨਸਾ ਨੇ ਪ੍ਰਤੀਕਰਮ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਕਾਨੂੰਨ ਕਾਲੇ ਨੇ ਤਾਂ ਮੀਟਿੰਗ 'ਚ ਖੇਤੀਬਾੜੀ ਮੰਤਰੀ ਨੇ ਕਿਸਾਨਾਂ ਵੱਲੋਂ ਦੱਸੇ ਨੁਕਤਿਆਂ ਨੂੰ ਕਿਉਂ ਮੰਨਿਆ ਸੀ। ਉਹਨਾਂ ਕਿਹਾ ਕਿ ਜੋ ਗੱਲ ਖੇਤੀ ਮੰਤਰੀ ਤੋਮਰ ਨੇ ਸੰਸਦ 'ਚ ਕਹੀ ਹੈ ਕਿ ਕਾਨੂੰਨ ਠੀਕ ਨੇ, ਉਹੀ ਗੱਲ ਮੀਟਿੰਗ 'ਚ ਕਹੀ ਹੁੰਦੀ ਤਾਂ ਹੁਣ ਉਹ ਸਥਿਤੀ ਹੋਰ ਹੋਣੀ ਸੀ। ਮੈਂ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ, ਪ੍ਰਧਾਨ ਪੰਜਾਬ ਕਿਸਾਨ ਯੂਨੀਅਨ ਪੰਜਾਬ। ਇੱਕ ਪਾਸੇ ਸਰਕਾਰ ਦਾ ਜੇ ਕਹੀਏ ਇਜਲਾਸ ਚੱਲ ਰਿਹਾ ਪਾਰਲੀਮੈਂਟ ਦਾ, ਇੱਕ ਪਾਸੇ ਸੰਘਰਸ਼ਾਂ ਦਾ, ਜੇ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਪੂਰੇ ਜ਼ੋਰਾਂ 'ਤੇ। ਜੋ ਵੀ ਪਹਿਲਾਂ 2 ਮਹੀਨੇ ਸੈਂਟਰ ਦੇ ਮੰਤਰੀਆਂ ਨਾਲ ਮੀਟਿੰਗਾਂ ਹੋਈਆਂ ਨੇਗੀਆਂ, ਉਹਨਾਂ ਮੀਟਿੰਗਾਂ ਨੂੰ ਖੇਤੀਬਾੜੀ ਮੰਤਰੀ ਨੇ ਪਾਰਲੀਮੈਂਟ ਦੇ ਵਿੱਚ ਆਪਦਾ ਜਵਾਬ ਦੇਣ ਵੇਲੇ ਉਹ ਗੱਲਾਂ ਦੁਹਰਾਈਆਂ। ਉਹ ਗੱਲਾਂ ਜਿਹੜੀਆਂ ਦੁਹਰਾਈਆਂ ਨੇਗੀਆਂ, ਅਸੀਂ ਉਹਨੂੰ ਸਮਝਦੇ ਹਾਂ ਸਾਰੇ ਕਿਸਾਨ ਜਥੇਬੰਦੀਆਂ ਦੇ ਲੀਡਰ। ਕੁਛ ਗੱਲਾਂ ਖੇਤੀਬਾੜੀ ਮੰਤਰੀ ਨੇ ਇਤਰਾਜ਼ਯੋਗ ਕੀਤੀਆਂ ਨੇਗੀਆਂ, ਜਿਹੜੀਆਂ ਇਤਰਾਜ਼ ਗੱਲਾਂ ਨੂੰ ਉਹਨਾਂ ਨੂੰ ਅਸੀਂ ਵੀ ਜੇ ਕਿ ਇਨਕਾਰਦੇ ਹਾਂ, ਪਾਸੇ ਕਰਦੇ ਹਾਂ। ਮੇਰਾ ਖਿਆਲ ਹੈ ਵੀ ਜ਼ਿੰਮੇਦਾਰ ਬੰਦੇ ਨੂੰ ਜਾਂ ਜ਼ਿੰਮੇਦਾਰ ਜੋ ਕੋਈ ਕਿਸੇ ਕੁਰਸੀ 'ਤੇ ਬੈਠਾ ਹੈ, ਅਹੁਦੇ 'ਤੇ ਬੈਠਾ ਹੈ, ਇਹੋ ਜਿਹੀਆਂ ਗੱਲਾਂ ਸ਼ੋਭਾ ਨਹੀਂ ਦਿੰਦੀਆਂ। ਇੱਕ ਤਰ੍ਹਾਂ ਦਾ 2 ਮਹੀਨਿਆਂ ਦਾ ਘੱਟੋ ਘੱਟ ਕਿਸਾਨ ਆਗੂਆਂ ਨਾਲ ਮੇਰਾ ਖਿਆਲ ਹੈ ਵੀ 11 ਵਾਰ ਤਾਂ ਮੀਟਿੰਗਾਂ ਹੋਈਆਂ, ਬੜੀ ਬਰੀਕੀ ਦੇ ਨਾਲ ਉੱਤੇ ਵਿਚਾਰ ਹੋਇਆ। ਬਹੁਤ ਵਾਰੀ ਮੀਟਿੰਗ ਦੇ ਵਿੱਚ ਜੇ ਕਹਿ ਦਈਏ ਇੱਕ ਤਰ੍ਹਾਂ ਦੀ ਚੁੱਪ ਧਾਰੀ ਗਈ। ਜਦੋਂ ਵੀ ਕਿਸਾਨ ਲੀਡਰ ਗੱਲ ਦਾ ਜਵਾਬ ਦਿੰਦੇ ਸੀ ਤੇ ਕਿਸਾਨਾਂ ਦਾ ਪੱਖ ਪੇਸ਼ ਕਰਦੇ ਸੀਗੇ, ਤਿੰਨੇ ਕਾਨੂੰਨਾਂ ਦੇ ਖਿਲਾਫ ਕਾਨੂੰਨਾਂ ਬਾਰੇ ਦੱਸਦੇ ਸੀਗੇ, ਤੋਮਰ ਸਾਹਿਬ ਉਦੋਂ ਇੱਕ ਤਰ੍ਹਾਂ ਦੀ ਜੇ ਉੱਥੇ ਕਹੀਏ ਮੁੱਖ ਬੁਲਾਰਿਆਂ 'ਚ ਹੁੰਦਾ ਸਰਕਾਰ ਵੱਲੋਂ, ਪਰ ਉੱਥੇ ਜਵਾਬ ਦੇਣ ਵੇਲੇ ਲਾਜਵਾਬ ਹੋ ਜਾਂਦਾ ਸੀਗਾ। ਜਿਹੜੀਆਂ ਗੱਲਾਂ ਤੋਮਰ ਸਾਹਿਬ ਨੇ ਪਾਰਲੀਮੈਂਟ ਦੇ ਵਿੱਚ ਰੱਖੀਆਂ ਨੇਗੀਆਂ, ਉਹ ਗੱਲਾਂ ਉਹਨਾਂ ਨੂੰ ਲੀਡਰਾਂ ਦੇ ਨਾਲ ਉੱਥੇ ਰੱਖਣੀਆਂ ਚਾਹੀਦੀਆਂ ਆ। ਜਿਹੜਾ ਉਹਨੇ ਕਿਹਾ ਹੈ ਵੀ ਕਿਸਾਨ ਆਗੂ ਇਹਦੇ ਵਿੱਚ ਦੱਸ ਹੀ ਨਹੀਂ ਸਕੇ ਵੀ ਮਤਲਬ ਕਿਹੜਾ ਇਹਦੇ ਵਿੱਚ ਜੇ ਕਹਿ ਦਈਏ ਕਾਲਾ ਕਾਨੂੰਨ ਹੈ, ਕਿੱਥੇ ਫਰਕ ਹੈ। ਮੈਂ ਤੋਮਰ ਸਾਹਿਬ ਨੇ ਪੁੱਛਦਾ, ਜਿੱਦੇ ਅਸੀਂ ਕਿਹਾ ਸੀ ਵੀ ਜਿਹੜੇ ਤਿੰਨੇ ਕਾਨੂੰਨ ਨੇ ਇਹ ਦੇਸ਼ ਵਿਰੋਧੀ ਨੇ, ਇਹ ਕਿਸਾਨ ਵਿਰੋਧੀ ਨੇ, ਇਹ ਲੋਕ ਵਿਰੋਧੀ ਨੇ, ਇਹ ਸਾਡੇ ਭਾਰਤ ਦੇ ਉਦਯੋਗ ਵਿਰੋਧੀ ਨੇ। ਮਤਲਬ ਉਹਦੇ ਫਿਰ ਤੋਮਰ ਸਾਹਿਬ ਨੇ ਕਿਉਂ ਗੱਲ ਰੱਖੀ
ਜੇ ਇਹ ਕਾਨੂੰਨ ਮਾੜੇ ਹੀ ਨਹੀਂ ਤੀਗੇ ਜਾਂ ਅਸੀਂ ਇਹਨੂੰ ਕਾਲੇ ਕਹਿੰਦੇ ਹਾਂ, ਕਾਲੇ ਹੀ ਨਹੀਂ ਤੀਗੇ। ਫਿਰ ਤੋਮਰ ਸਾਹਿਬ ਨੇ ਉਹਦੇ ਕਿਉਂ ਕਿਹਾ ਵੀ ਤੁਸੀਂ ਇਹਦੇ ਵਿੱਚ ਨੁਕਤੇ ਨੇ, ਤੁਸੀਂ ਇਹ ਨੁਕਤੇ ਲਿਖ ਕੇ ਮਤਲਬ ਅਸੀਂ ਤੁਹਾਨੂੰ ਦੇ ਦਿੰਦੇ ਹਾਂ, ਜਿਹੜੇ ਨੁਕਤੇ ਮਾੜੇ ਹੋਏ ਤਾਂ ਤੁਸੀਂ ਉਹਨਾਂ ਨੂੰ ਸਾਨੂੰ ਉਹਦੇ ਉੱਤੇ ਲਾਈਨ ਲਾ ਕੇ ਦੇ ਦਿਓ। ਅਸੀਂ ਬਾਕਾਇਦਾ ਸਾਡੀ ਪੜ੍ਹੀ ਲਿਖੀ ਲੀਡਰਸ਼ਿਪ ਨੇ ਵਿਚਾਰਿਆ, ਕੁਛ ਸਾਨੂੰ ਉਹਨਾਂ ਤੋਂ ਵੀ ਲਏ, ਕੁਛ ਅਸੀਂ ਆਪ ਆਪਦੇ ਉਹਦਾ ਸਾਰਾ ਖਰੜਾ ਕਢਾ ਕੇ ਸਾਡੇ ਲਈ ਨਾ ਕੱਢਿਆ। ਅਸੀਂ ਉਹ ਜਿੰਨੇ ਵੀ ਉਹਦੇ ਵਿੱਚ ਨੁਕਤੇ ਸੀਗੇ, ਮੇਰੇ ਹਿਸਾਬ 9 ਕੁ ਨੁਕਤੇ ਉਹ ਬਣਦੇ ਸੀ ਸਾਰੇ, ਅਸੀਂ ਉਹਦੇ 'ਚ ਇੱਕ ਤਰ੍ਹਾਂ ਦਾ ਕਹਿ ਦਈਏ ਕਾਲੀ ਸ਼ਾਹੀ ਲਾ ਕੇ ਤੋੜਤਾ ਵੀ ਇਹ ਮਤਲਬ ਬਿਲਕੁਲ ਦੇਸ਼ ਵਿਰੋਧੀ, ਕਿਸਾਨ ਵਿਰੋਧੀ, ਮਜ਼ਦੂਰ ਵਿਰੋਧੀ, ਉਦਯੋਗ ਵਿਰੋਧੀ। ਤਾਂ ਜਦੋਂ ਉੱਥੇ ਫਿਰ ਦੁਬਾਰੇ ਬਹਿਸ ਹੋਈ, ਫਿਰ ਇੰਨੀ ਗੱਲ ਤੋਬਰ ਸਾਹਿਬ ਆਪ ਮੰਨਿਆ, ਉਹਦੇ ਮੰਤਰੀ ਮੰਨੇ, ਉਹਦੀ ਅਫਸਰਸ਼ਾਹੀ ਮੰਨੀ ਵੀ ਇਹ ਨੁਕਤਿਆਂ ਨੂੰ ਅਸੀਂ ਸਾਰਿਆਂ ਨੂੰ ਬਾਹਰ ਕੱਢ ਦਿੰਦੇ ਹਾਂ। ਇਹਦਾ ਮਤਲਬ ਜੇ ਤੋਬਰ ਸਾਹਿਬ ਨੂੰ ਪੁੱਛਦਾ ਪਾਰਲੀਮੈਂਟ 'ਚ ਤੂੰ ਕੀ ਬਿਆਨ ਦਿੰਦਾ ਹੈ, ਜੇ ਉਹ ਕਾਲੇ ਕਾਨੂੰਨ ਤੀ ਮਾੜੇ ਤੀ ਤੂੰ ਫੇਰ ਹੀ ਮੰਨਿਆ, ਜਾਂ ਤਾਂ ਉੱਦਾਂ ਹੀ ਕਹਿ ਦੇਣਾ ਸੀ ਪਹਿਲੀ ਮੀਟਿੰਗ 'ਚ ਵੀ ਬਿਲਕੁਲ ਨਹੀਂ, ਸਾਡੇ ਕਾਨੂੰਨ ਠੀਕ ਨੇ, ਕੋਈ ਸਮਾਂ ਖਰਾਬ ਕਰਨ ਦੀ ਲੋੜ ਨਹੀਂ। ਜਿਹੜੀ ਗੱਲ ਆਖਰੀ ਮੀਟਿੰਗ ਤੋਂ ਉੱਦਾਂ ਕਹੀ ਹੈ, ਜੇ ਉਹ ਗੱਲ ਤੂੰ ਪਹਿਲੀ ਮੀਟਿੰਗ 'ਚ ਕਹਿੰਦਾ ਅੱਜ ਨੂੰ ਮੇਰਾ ਖਿਆਲ ਨਤਿਆਰਾ ਹੋ ਜਾਂਦਾ, ਇੱਕ ਪਾਸਾ ਹੋ ਜਾਂਦਾ, ਪਰ ਉਹ ਗੱਲ ਤਾਂ ਆਖਰੀ 'ਤੇ ਕਹੀ। ਉੱਦਾਂ ਤੇਰਾ ਕਹਿਣ ਦਾ ਹੱਕ ਬਣਦਾ ਸੀ ਵੀ ਸਾਡਾ ਕਾਨੂੰਨ ਠੀਕ ਹੈ, ਤੁਸੀਂ ਆਪਦਾ ਅੰਦੋਲਨ ਕਰੋ, ਸਰਕਾਰ ਆਪ ਵਿਚਾਰੂਗੀ। ਪਤਾ ਲੱਗ ਜਾਂਦਾ ਅੱਜ ਨੂੰ ਕੀ ਬਣਨਾ ਸੀਗਾ ਦੇਸ਼ ਦੇ ਵਿੱਚ, ਕੀ ਬਣਨਾ ਸੀ ਇਹ ਧਰਨਿਆਂ ਦੇ ਵਿੱਚ, ਪਤਾ ਲੱਗ ਗਿਆ, ਤੈਨੂੰ ਵੀ ਪਤਾ ਲੱਗ ਜਾਂਦਾ, ਤੇਰੀ ਮੋਦੀ ਸਰਕਾਰ ਨੂੰ ਵੀ ਪਤਾ ਲੱਗ ਜਾਂਦਾ। ਉੱਦਾਂ ਨਹੀਂ ਕਹੀ, ਪਰ ਤੁਸੀਂ ਆਪਦੀ ਪੂਰੀ ਬਿਆਨਤਬੰਦੀ ਕਰਕੇ ਆਪਦੀਆਂ ਏਜੰਸੀਆਂ ਦੇ ਰਾਹੀਂ ਅੰਦੋਲਨ ਨੂੰ ਫੇਲ ਕਰਨ ਵਾਸਤੇ ਵੀ ਜਿਹੜੇ ਇਹ ਲੀਡਰ ਲੜ ਰਹੇ ਨੇ, ਸਰਕਾਰ ਨੂੰ ਰਾਹ ਨਹੀਂ ਦੇ ਰਹੇ, ਸਰਕਾਰ ਨੂੰ ਹਮਲਾ ਕਰਨ ਦਾ ਮੌਕਾ ਨਹੀਂ ਦੇ ਰਹੇ, ਸਰਕਾਰ ਨੂੰ ਆਮ ਲੋਕਾਂ 'ਤੇ, ਕਿਸਾਨਾਂ 'ਤੇ, ਪੱਤਰਕਾਰਾਂ 'ਤੇ ਪਰਚੇ ਦਰਜ ਕਰਨ ਦਾ ਮੌਕਾ ਨਹੀਂ ਦੇ ਰਹੇ, ਕਿਸਾਨਾਂ ਦੇ ਉੱਤੇ ਗੋਲੀ ਚਲਾਉਣ ਦਾ ਮੌਕਾ ਨਹੀਂ ਦੇ ਰਹੇ, ਵੀ ਇਹ ਇਹਨਾਂ ਦੀ ਜਿਹੜੀ ਲੀਡਰਾਂ ਦੀ ਸਿਆਣਪ ਹੈ। ਤਾਂ ਸਰਕਾਰ ਦਾ ਕਿਸੇ ਗੱਲ ਦੇ ਵਿੱਚ ਮਤਲਬ ਆਪਦੇ ਅੰਦੋਲਨ ਦਾ ਸਰਕਾਰ ਨੂੰ ਪੱਲਾ ਨਹੀਂ ਫੜਨ ਦਿੰਦੇ ਅਤੇ ਪੈਰ ਨਹੀਂ ਲੱਗਣ ਦਿੱਤੇ, ਨਾ ਲੱਗਣ ਦਿੱਤੇ ਨੇ। ਤਾਂ ਜਦੋਂ 26 ਤਰੀਕ ਨੂੰ ਪਰੇਡ ਕਰਨੀ ਸੀ, ਪਰੇਡ ਤੋਂ ਪਹਿਲਾਂ ਜਿਹੜੀ ਮੀਟਿੰਗ ਹੋਈ ਹੈ, ਤੋਬਰ ਸਾਹਿਬ ਤਾਂ ਇਹ ਗੱਲ ਕਹੀ ਤੀ ਵੀ ਹੁਣ ਤੁਸੀਂ 26 ਜਨਵਰੀ ਮਨਾ ਲਓ ਅਤੇ ਅਸੀਂ ਮਨਾ ਲਾਂਗੇ, ਪਰ ਮੈਂ ਤੈਨੂੰ ਜੇ ਅਸਲੀ ਤੂੰ ਹੁਣ ਕੀ ਕਹਾਂ, ਜੇ ਅਸਲੀ ਬੰਦਾ ਹੈ ਤਾਂ ਉੱਦਾਂ ਹੀ ਕਹਿਣਾ ਸੀਗਾ ਵੀ ਤੁਸੀਂ ਆਪਦੀ ਲੜਾਈ ਲੜ ਲਓ, ਅਸੀਂ ਆਪਦੀ ਲੜਾਂਗੇ। ਤੂੰ ਸਾਨੂੰ ਘੰਟਿਆਂ ਮੁਤਾਬਕ ਦੱਸਿਆ ਵੀ ਇੰਨੇ ਘੰਟੇ ਮੀਟਿੰਗਾਂ 'ਤੇ ਖਰਚ ਹੋ ਗਏ, ਤੇਰੇ ਕੀਮਤੀ ਘੰਟੇ ਅਤੇ ਸਾਡੇ ਕੀਮਤੀ ਸਕਿੰਟ ਲੀਡਰਾਂ ਦੇ ਲੜਨ ਵਾਲਿਆਂ ਦੇ, ਤੂੰ ਉੱਦਾਂ ਹੀ ਸਾਨੂੰ ਕਹਿ ਦਿੰਦਾ ਤੁਸੀਂ ਆਪਦਾ ਲੜੋ, ਅਸੀਂ ਆਪਦਾ ਲੜਾਂਗੇ। ਜਿਹੜਾ ਤਾਂ ਅਖੀਰ 'ਤੇ ਕਿਹਾ, ਤੁਸੀਂ ਉੱਦਾਂ ਹੀ ਕਿਹਾ ਤਾਂ ਜਿੱਦੇ ਤੇਰੇ ਦਿਮਾਗ 'ਚ, ਤੇਰੀ ਸਰਕਾਰ ਦੇ ਦਿਮਾਗ 'ਤੇ ਵੀ 26 ਤਰੀਕ ਤੋਂ ਬਾਅਦ ਅੰਦੋਲਨ ਨੂੰ ਫੇਲ ਕਰ ਦਾਂਗੇ। ਤੁਸੀਂ ਆਪਦਾ ਸਾਰਾ ਚੋਰਾ ਜਾਈ ਲਾਈ, ਪਰ ਅੰਦੋਲਨ ਫੇਲ ਨਹੀਂ ਹੋਇਆ। ਤੈਂ ਦੂਸਰੇ ਦਿਨ ਵੀ ਬਿਆਨ ਦਿੱਤਾ, ਉਹ ਤੇਰਾ ਬਿਆਨ ਕਿੱਥੇ ਆ, ਮੇਰੇ ਕੋਲ ਤੇਰੀ ਇੰਟਰਵਿਊ ਪਈ ਹੈ, ਤੈਂ ਦੂਸਰੇ ਦਿਨ ਬਿਆਨ ਦਿੱਤਾ ਇਹ ਅੰਦੋਲਨ 5-4 ਦਿਨਾਂ ਵਿੱਚ ਖਤਮ ਹੋ ਜਾਏਗਾ। ਹੋ ਗਿਆ ਖਤਮ? ਦੱਸ ਮੈਨੂੰ, ਖਤਮ ਹੋ ਗਿਆ ਅੰਦੋਲਨ? ਤੁਹਾਡੀ ਮੋਦੀ ਦੀ ਸਰਕਾਰ ਦੀ ਹਿੱਕ ਦੇ ਉੱਤੇ ਬੈਠੇ ਆ, ਮਤਲਬ ਸਮੇਤ ਜੋੜੇ ਬੈਠੇ ਆ, ਜੋੜੇ ਨਹੀਂ ਲਾਹੇ ਕਿਸਾਨਾਂ ਨੇ, ਹਿੱਕ ਦੇ ਉੱਤੇ ਬੈਠੇ ਆ, ਅੰਦੋਲਨ ਹੱਲ ਗਿਆ। ਹਿਲਾ ਸਕਦੀ ਆ ਤੁਹਾਡੀ ਸਰਕਾਰ। ਮੈਂ ਕਈ ਵਾਰ ਇੰਟਰਵਿਊਆਂ ਦੇ ਵਿੱਚ ਕਹਿਤਾ ਜਿੱਦੇ ਅੰਦੋਲਨ ਹਲਾਇਆ ਨਾ, ਜੇ ਤੁਸੀਂ ਹਿਲਾਉਣ ਦੀ ਸੋਚ ਲਈ, ਅਸੀਂ ਤਾਂ ਸੋਚ ਕੇ ਆਏ ਹਾਂ, ਅਸੀਂ ਤਾਂ ਸੋਚ ਕੇ ਧਾਰ ਕੇ ਆਏ ਹਾਂ। ਤੁਹਾਨੂੰ ਇਸ ਤਰੀਕੇ ਨਾਲ ਹਿਲਾਉਣਾ ਪਊਗਾ ਜਿਵੇਂ ਪਾਕਿਸਤਾਨ ਨਾਲ ਜੰਗ ਲੱਗਦੀ ਹੈ, ਫਿਰ ਤਾਂ ਮਾੜਾ ਮੋਟਾ ਅੰਦੋਲਨ ਨੂੰ ਹਿਲਾ ਸਕਦੇ ਹੋ, ਅਤੇ ਨਹੀਂ ਸਵਾਲ ਹੀ ਨਹੀਂ ਪੈਦਾ। ਤੁਸੀਂ ਬਿਆਨ ਦਿੰਦਾ ਵੀ ਕਿਸਾਨ ਸਾਨੂੰ ਦੱਸ ਹੀ ਨਹੀਂ ਸਕੇ, ਲੱਗ ਜੂਗਾ ਪਤਾ ਆਉਣ ਵਾਲੇ ਅੰਦੋਲਨ ਹੀ। ਫਿਕਰ ਨਾ ਕਰੇ ਸਰਕਾਰ, ਸਾਡਾ ਅੰਦੋਲਨ 26 ਤਰੀਕ ਨੂੰ ਸ਼ੁਰੂ ਹੋਇਆ, ਦੇਖਾਂਗੇ ਕੁੰਡੀਆਂ ਦੇ ਸਿੰਘ ਅੜ ਕੇ ਜਿੱਤੂ ਬੜੇਵੇਂ ਖਾਣੀ, ਜਿਹੜੀ ਜੱਟ ਦੀ ਕਹਾਵਤ ਹੈ। ਲੜਾਂਗੇ ਆਖਰੀ ਦਮ ਤੱਕ ਲੜਾਂਗੇ। ਜਿਹੜੇ ਤੁਸੀਂ ਬਿਆਨ ਦਿੰਦੇ ਹੋ, ਅਸੀਂ ਤਾਂ ਤੁਹਾਡੀ ਸਰਕਾਰ ਨੂੰ ਡੇਲਿਆਂ ਬੱਟੇ ਨਹੀਂ ਪਛਾਣਦੇ, ਡੇਲਿਆਂ ਬੱਟੇ ਜਾਕੋਂ ਇਹ ਸਰਕਾਰਾਂ ਸਰੂਗਾ ਤੁਹਾਡੀਆਂ ਹੋਣਗੀਆਂ। ਤੁਸੀਂ ਫਿਰਕਾ ਪ੍ਰਸਤ ਲੋਕ ਹੋ, ਤੁਸੀਂ ਲੋਕਾਂ ਨੂੰ ਫਿਰਕਾ ਪ੍ਰਸਤ ਦੇ ਨਾਂ 'ਤੇ ਲੜਾਉਂਦੇ ਹੋ। ਜੇ ਤੁਸੀਂ ਤੁਹਾਡੀ ਸਰਕਾਰ ਚੰਗੀ ਹੈ ਤਾਂ ਹਰਿਆਣੇ ਦੇ ਵਿੱਚ ਲਾਹੋਗਾ ਆਪਦੇ ਮੁੱਖ ਮੰਤਰੀ ਦਾ ਹੈਲੀਕਾਪਟਰ, ਜਾਂ ਮੈਂ ਗਰੰਟੀ ਕਰਦਾ ਹਰਿਆਣੇ 'ਚ, ਯੂਪੀ 'ਚ, ਰਾਜਸਥਾਨ 'ਚ, ਪੰਜਾਬ 'ਚ ਪ੍ਰਧਾਨ ਮੰਤਰੀ ਰੈਲੀ ਕਰਕੇ ਦਿਖਾਵੇ, ਮੈਂ ਮਾਰ ਕੇ ਦਿੰਦਾਗਾ, ਲਲਕਾਰ ਕੇ ਜਾਣਾ। ਤੁਹਾਡੀ ਸਰਕਾਰ ਹੈ ਭਾਰਤ ਦੇ ਵਿੱਚ, ਹਰਿਆਣੇ ਤੁਹਾਡੀ ਸਰਕਾਰ ਹੈ, ਪ੍ਰਧਾਨ ਮੰਤਰੀ ਰੈਲੀ ਕਰਕੇ ਦਿਖਾ ਦੇ। ਜਿਹੜੀ ਤੁਸੀਂ ਗੱਲ ਕਿਸਾਨਾਂ ਨੂੰ ਕਹਿੰਦੇ ਹੋ, ਕਿਸਾਨ ਸਮਝਾ ਨਹੀਂ ਸਕੇ, ਚੰਗੀ ਤਰ੍ਹਾਂ ਸਮਝਾਵਾਂਗੇ ਤੁਹਾਨੂੰ, ਜਾਣਦਿਆਂ ਸਮਝਾਉਣ।
ਅਸੀਂ ਵੱਡਿਆਂ ਨੂੰ ਸਮਝਾਇਆ, ਸਾਡੇ ਵੱਡ ਵਡੇਰਿਆਂ ਨੇ ਉੱਦੇ ਸਮਝਾਤਾ ਸੀਗਾ। ਜਿਹੜੇ ਇੱਕ ਪਾਸੇ ਇੱਕ ਧਰਮ ਦੇ ਜਨੇਊ ਲਈ ਹੀ ਜਾਂਦੇ ਸੀਗੇ, ਇਕੱਲੇ ਜਾਣੇ ਨੇ ਸੀਸ ਦਿੱਤਾ ਸੀਗਾ, ਤੇ ਉਸ ਮੌਕੇ ਦਾ ਸਾਮਰਾਜ ਉਸੇ ਗੱਲ ਤੋਂ ਸਮਝ ਗਿਆ ਸੀਗਾ। ਅਸੀਂ ਬਹੁਤ ਕੁਝ ਸਮਝਾਉਂਦੇ ਹਾਂ। ਚਾਚਾ ਅਜੀਤ ਸਿੰਘ ਨੇ 9 ਮਹੀਨੇ ਅੰਦੋਲਨ ਲੜਿਆ ਸੀਗਾ, ਅੰਗਰੇਜ਼ ਸਾਮਰਾਜ ਨੂੰ ਸਮਝਾਤਾ ਸੀਗਾ। ਅਸੀਂ ਸਮਝਾ ਦਾਂਗੇ, ਤੁਹਾਨੂੰ ਚਿੰਤਾ ਨਾ ਕਰੋ, ਸਾਰਾ ਕੁਝ ਸਮਝਾ ਦਾਂਗੇ। ਜਿਹੜੀ ਮੈਂ ਤੁਹਾਨੂੰ ਵਾਰਨਿੰਗ ਦਿੱਤੀ ਹੈ, ਕਿਸੇ ਜਾ ਕੇ ਸਟੇਟਾਂ ਦੇ ਵਿੱਚ ਰੈਲੀ ਕਰਕੇ ਦਿਖਾਓ ਤੇ ਆਪਦਾ ਹੈਲੀਕਾਪਟਰ ਲਾ ਕੇ ਦਿਖਾਓ, ਤੇ ਲੜਾਂਗੇ, ਆਖਰੀ ਦਮ ਤੱਕ ਲੜਾਂਗੇ। ਸਾਡੀ ਲੜਾਈ 26 ਤਰੀਕ ਤੋਂ ਸ਼ੁਰੂ ਹੋਈ ਹੈ, ਤੇ ਆਉਣ ਵਾਲੇ ਦਿਨਾਂ 'ਚ ਇਹਦੇ ਨਿਬੇੜੇ ਹੋਣਗੇ। ਕਿਹੜੇ ਤਰੀਕੇ ਹੁੰਦੇ ਨੇ, ਪਰ ਸਾਡਾ ਅੰਦੋਲਨ ਸਾਡੇ ਕਨੀਓ ਅਸੀਂ ਸ਼ਾਂਤਮਈ ਰੱਖਣਾ ਚਾਹੁੰਦੇ ਹਾਂ। ਜੇ ਸਰਕਾਰ ਕੋਈ ਗੜਬੜ ਕਰਾਉਣਾ ਚਾਹੁੰਦੀ ਹੈ, ਉਹਦਾ ਮੂੰਹ ਤੋੜਵਾਂ ਜਵਾਬ ਦੇਵਾਂਗੇ। ਮੈਂ ਇੰਨੀਆਂ ਗੱਲਾਂ ਕਰਦਾ, ਤੁਹਾਡਾ ਸਾਰਿਆਂ ਦਾ ਧੰਨਵਾਦ। ਰੁਲਦੂ ਸਿੰਘ ਮਾਨਸਾ ਦਾ ਕਹਿਣਾ ਹੈ ਕਿ ਉਹ ਆਖਰੀ ਦਮ ਤੱਕ ਲੜਨਗੇ। ਦੱਸਦੇ ਕਿ ਕਿਸਾਨ ਲਗਾਤਾਰ ਦਿੱਲੀ ਦੀਆਂ ਸਰਹੱਦਾਂ ਤੇ ਡਟੇ ਹੋਏ ਨੇ। ਹੁਣ ਦੇਖਣਾ ਹੋਵੇਗਾ ਕਿ ਕੇਂਦਰ ਅਤੇ ਕਿਸਾਨਾਂ ਦੇ ਦਰਮਿਆਨ ਕਦੋਂ ਅਗਲੀ ਮੀਟਿੰਗ ਹੁੰਦੀ ਹੈ। ਬਿਊਰੋ ਰਿਪੋਰਟ D5 ਚੈਨਲ ਪੰਜਾਬੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।